गुरु चरणा विखे लवाइए हाजरियाँ, गुरु का बख्शिया फतेह का नारा करिए बुलंद। परंत बाणी की विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। माज महला तीजा। अमृत वरसै सहज सुभाए, गुरमुख विरल ना कोई जन पाए। अमृत वरसै सहज सुभाए, गुरमुख विरल ना कोई जन पाए। अमृत पी सदा तृप्तासे, कर कृपा तृष्णा बुझावनिया। ओ वारी जियो वारी, गुरमुख अमृत पिया वनिया। रसना रस चाख सदा रहे रंग राती, सहजे हर गुण गावनिया रहाओ। रसना रस चाख रहे रंग राती, सहजे हर गुण गावनिया। वाहिगुरु। ये पवित्र बचन तीसरे पातशाह निमाणियां दे मान निताणियां दे धान छत्र चबर तखत दे मालक सतगुरु धन धन श्री गुरु अमरदास महाराज जी दे उचारण कीते हुए धन धन श्री ग्रंथ साहिब जी दे पवित्र अंग 119 उपर सुभाए मान शब्द जो आप जी ने सरवण किया। तीसरे पातशाह जी बख्शिश करते हैं कि जिहड़ी अमर की बूंद है, जिस अमर की गल पिछले शब्द विच भी आपां कीती कि वह अमृत की कणी, वो अमर की बूंद, वो अमर की कृपा मनुख की मर्जी नाल हुंदी आ। पातशाह कहंदे नहीं, परमेश्वर की मर्जी नाल ही हुंदी है। सहज सुभाअ, कई बारी बंदे नूं पता भी नहीं हुंदा कि मैनू कोई ऐसी वस्तु मिलन लगी आ, मिल जाती आ अचनचेत। जिस तरह प्रीतम का बचन है, अचिंत काम करे हर तिन के, जिन हर का नाम प्यारा। जिन्हां दा हरि दे नाम दे नाल प्यार है, उन्हां दे काम परमेश्वर अचिंत बिना चिंता करिया, बिना सोचिया समझिया ही पूरे करी जांदा। तो उस अमर की गल धन धन श्री गुरु अमरदास महाराज जी कर रहे सी। 118 अंग तो पिछले 2 दिन आपां शब्द सरवण किया और इसे विषय ते अगे भी बख्शिश करते हैं कि जिस अमर की बूंद की मैं गल करदा हाँ, वो सहज सुभाए सुते सिद्ध। ताइयों कहे ना, जोर न जीवन मरण न जोर, जोर न राज माल मनसोर, जोर न सुरती ज्ञान विचार, जोर न जुगती छुटे संसार। भाव जोर लाया गल नहीं बननी। सहज सुभाअ जिद्दे परमेश्वर की कृपा दृष्टि होगी उन्हें आप ही कर देना।
ਤੇ ਉਹਦੀ ਕਿਰਪਾ ਦ੍ਰਿਸ਼ਟੀ ਲੈਣ ਵਾਸਤੇ ਮਨੁੱਖ ਨੂੰ ਆਪਣਾ ਜੀਵਨ ਸੁਧਾਰਨਾ ਪੈਣਾ, ਆਪਣਾ ਜੀਵਨ ਬਦਲਣਾ ਪੈਣਾ। ਤੇ ਜਿੱਦਾਂ ਉਹਦੀਆਂ ਨਿਗਾਹ ਦੇ ਵਿੱਚ, ਉਹਦੀ ਨਜ਼ਰ ਵਿੱਚ ਪ੍ਰਵਾਨ ਹੋ ਗਿਆ, ਨਾਨਕ ਨਜ਼ਰੀ ਨਜ਼ਰ ਨਿਹਾਲ ਹੋ ਜਾਣਾ। ਭਾਵੇਂ ਕਿ ਅਸੀਂ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ, ਇਹ ਵੀ ਉਹਦੀ ਕਿਰਪਾ ਨਾਲ ਹੀ ਪ੍ਰਾਪਤ ਹੋਇਆ। ਗੁਰੂ ਕੋਲੇ ਪਹੁੰਚਣਾ, ਪੰਜ ਪਿਆਰਿਆਂ ਕੋਲੇ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਹੈ, ਇਹ ਵੀ ਬਹੁਤ ਵੱਡੀ ਗੱਲ ਹੈ। ਪਰ ਇਹ ਇੱਕ ਦਾਖਲਾ ਹੈ, ਇਸ ਤੋਂ ਅੱਗੇ ਵੀ ਹਜੇ ਪੜ੍ਹਾਈ ਪਈ ਹੈ। ਪੜ੍ਹਾਈ ਦਾ ਮਤਲਬ ਜੋ ਗੁਰੂ ਨੇ ਜਾਂ ਪੰਜ ਪਿਆਰੇ ਸਿੰਘ ਸਾਹਿਬਾਨਾਂ ਨੇ ਸਾਨੂੰ ਕਰਨ ਵਾਸਤੇ ਕਿਹਾ, ਉਹ ਕਰਨਾ ਪੈਣਾ। ਜੋ ਛੱਡਣ ਵਾਸਤੇ ਕਿਹਾ, ਉਹ ਛੱਡਣਾ ਪੈਣਾ, ਫਿਰ ਹੀ ਗੱਲ ਬਣਨੀ ਆ। ਜੇ ਕੋਈ ਬੱਚਾ ਸਕੂਲ 'ਚ ਦਾਖਲ ਹੋਣ ਤੋਂ ਬਾਅਦ ਪੜ੍ਹਾਈ ਕਰਦਾ ਤੇ ਉਹ ਜ਼ਰੂਰ ਪਾਸ ਹੁੰਦਾ ਹੈ। ਮਾਸਟਰ ਦੇ, ਉਸਤਾਦ ਦੇ ਹੁਕਮ ਅੰਦਰ ਚੱਲਦਾ ਹੋਇਆ ਉਵੇਂ ਕਰਦਾ ਜਿਵੇਂ ਉਸਤਾਦ ਨੇ, ਮਾਸਟਰ ਨੇ ਕਿਹਾ, ਤੇ ਉਹਨੂੰ ਜ਼ਰੂਰ ਇੱਕ ਦਿਨ ਸੁਤੇ ਸਿੱਧ ਹੀ ਸਰਟੀਫਿਕੇਟ ਪਾਸ ਦਾ ਮਿਲਦਾ। ਇਸੇ ਤਰ੍ਹਾਂ ਹੀ ਜਦੋਂ ਇੱਕ ਸਿੱਖ ਵੀ, ਭਾਵ ਇੱਕ ਮਨੁੱਖ ਜਦੋਂ ਸਿੱਖ ਬਣ ਕੇ ਗੁਰੂ ਦੀ ਸਿੱਖਿਆ ਨੂੰ ਲੈ ਕੇ ਉਹਦੇ ਮੁਤਾਬਕ ਚੱਲਣਾ ਕਰਦਾ ਹੈ, ਉਹਦੇ ਉੱਤੇ ਛੱਡ ਕਰਕੇ, ਤਾਂ ਇੱਕ ਦਿਨ ਜਦੋਂ ਉਹ ਪਾਸ ਹੋ ਜਾਂਦਾ ਹੈ, ਸੁਤੇ ਸਿੱਧ ਉਹਦੀ ਕਿਰਪਾ ਵਰਸ ਜਾਂਦੀ ਆ। ਜਿਵੇਂ ਇੱਕ ਸਵੰਤੀ ਬੂੰਦ ਦੀ ਗੱਲ ਕਰਦੇ ਆਪਾਂ, ਇਹ ਅਮਰ ਦੀ ਬੂੰਦ ਜਿਹੜੀ ਹੈ, ਇਹ ਮਨੁੱਖ ਦੇ ਅੰਦਰੋਂ ਹੀ ਪ੍ਰਗਟ ਹੁੰਦੀ ਹੈ। ਗੁਰੂ ਕਿਰਪਾ ਕਰਕੇ ਕਿਸੇ ਕਿਸੇ ਦੇ, ਗੁਰਮੁਖ ਬਿਰਲਾ ਕੋਈ ਜਨ ਪਾਏ, ਕੋਈ ਬਿਰਲਾ ਉਸ ਬੂੰਦ ਨੂੰ ਪ੍ਰਾਪਤ ਕਰਦਾ ਹੈ। ਇਹ ਤਾਂ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਉਹਨਾਂ ਨੂੰ ਪਤਾ ਹੈ। ਤੇ ਕਿਸੇ ਬਿਰਲੇ ਨੂੰ ਜਦੋਂ ਬੂੰਦ ਪ੍ਰਾਪਤ ਹੁੰਦੀ ਹੈ, ਫਿਰ ਉਸ ਦੇ ਨਾਲ ਅੰਦਰ ਬਦਲਾਅ ਕੀ ਆਉਂਦਾ ਹੈ। ਇਹ ਵੀ ਕਿਰਪਾ ਦਾ, ਬਖਸ਼ਿਸ਼ ਦਾ ਖਜ਼ਾਨਾ ਜਿਹੜਾ ਹੈ, ਇਹ ਗੁਰੂ ਹੀ ਜਾਣਦਾ ਕਿ ਉਹਦੇ ਵਿੱਚ ਕਿਤਨੀ ਪਾਵਰ ਹੈ, ਕਿੰਨੀ ਤਾਕਤ ਹੈ। ਜਿਵੇਂ ਇੱਕ ਸੁਣਿਆ ਕਿ ਆਕਾਸ਼ਾਂ ਵਿੱਚੋਂ ਮੀਂਹ ਪੈਂਦਾ, ਜਦ ਕੋਈ ਸਵੰਤੀ ਬੂੰਦ ਡਿੱਗਦੀ ਆ ਤੇ ਜਿੱਥੇ ਉਹ ਚਲੀ ਜਾਂਦੀ ਆ ਉੱਥੇ ਆਪਣਾ ਅਸਰ ਪਾਉਂਦੀ ਆ। ਪਪੀਹਾ 6 ਮਹੀਨੇ ਪੀਓ ਪੀਓ ਦੀ ਰੱਟ ਲਾਈ ਰੱਖਦਾ, ਫਿਰ ਕਿਤੇ ਜਾ ਕੇ ਮੀਂਹ ਪੈਂਦਾ, ਤੇ ਮੀਂਹ ਵਿੱਚ ਵੀ ਕਣੀਆਂ ਤਾਂ ਬਹੁਤ ਹੈ, ਪਰ ਉਹ ਸਵੰਤੀ ਕਣੀ ਹੈ, ਜਿਹੜੀ ਸਵੰਤੀ ਬੂੰਦ ਹੈ, ਉਹ ਸਵੰਤੀ ਬੂੰਦ ਜਿਹੜੀ ਹੈ ਉਹ ਕਿਤੇ ਵਿੱਚੇ ਕਣੀਆਂ ਦੇ ਡਿੱਗਦੀ ਹੈ। ਤੇ ਜਦੋਂ ਉਹ ਸਵੰਤੀ ਬੂੰਦ ਪਪੀਹੇ ਦੇ ਸਿਰ ਵਿੱਚ ਆ ਕੇ ਵੱਜਦੀ ਆ, ਜਿੱਥੇ ਕਿ ਉਸ ਦੇ ਸਿਰ ਵਿੱਚ ਗਲੀ ਹੈ ਪਾਣੀ ਪੀਣ ਲਈ, ਸਵੰਤੀ ਬੂੰਦ ਲਈ, ਭਾਵੇਂ ਉਹ ਚੁੰਝ ਦੇ ਨਾਲ ਬਹੁਤ ਖਾਂਦਾ ਪੀਂਦਾ ਥੱਲਿਓਂ, ਪਰ ਰੱਜਦਾ ਨਹੀਂ। ਤੇ ਜਿੱਦਣ ਪਰਮੇਸ਼ਰ ਕਿਰਪਾ ਕਰਦਾ, ਉਹ ਸਵੰਤੀ ਬੂੰਦ ਉਹਦੇ ਸਿਰ ਦੀ ਗਲੀ ਰਾਹੀਂ, ਛੇਕ ਰਾਹੀਂ ਉਹ ਅੰਦਰ ਚਲੀ ਜਾਂਦੀ ਹੈ। ਫਿਰ ਉਹਨੂੰ 6 ਮਹੀਨੇ ਪਿਆਸ ਨਹੀਂ ਲੱਗਦੀ। ਇਸੇ ਤਰ੍ਹਾਂ ਹੀ ਮਨੁੱਖ ਮੂੰਹ ਦੇ ਨਾਲ ਬਹੁਤ ਕੁਝ ਖਾਂਦਾ ਪੀਂਦਾ ਹੈ, ਮੂੰਹ ਦੇ ਨਾਲ ਬਹੁਤ ਕੁਝ ਖਾਂਦਾ ਪੀਂਦਾ, ਹੱਥਾਂ ਦੇ ਨਾਲ ਬੜਾ ਕੁਝ ਇਕੱਠਾ ਕਰ ਲਿਆ, ਪਰ ਰੱਜਿਆ ਨਹੀਂ। ਕਿਉਂ ਨਹੀਂ ਰੱਜਿਆ? ਕਿ ਇਹਨੂੰ ਵੀ ਉਹ ਸਵੰਤੀ ਬੂੰਦ ਮਿਲੀ ਨਹੀਂ। ਜੇ ਸਵੰਤੀ ਬੂੰਦ ਦੀ ਗੱਲ ਪਾਤਸ਼ਾਹ ਨੇ ਬਾਣੀ ਵਿੱਚ ਕੀਤੀ ਆ, ਉਹ ਮਨੁੱਖ ਦੇ ਅੰਦਰ ਵੀ ਡਿੱਗਦੀ ਆ। ਜਿਵੇਂ ਪਪੀਹੇ ਦੇ ਅੰਦਰ ਡਿੱਗਦੀ ਆ, ਇਸੇ ਤਰ੍ਹਾਂ ਮਨੁੱਖ ਦੇ ਵੀ ਅੰਦਰ ਡਿੱਗਦੀ ਆ। ਅੰਮ੍ਰਿਤ ਨਾਮ ਸਤਿਗੁਰੂ ਚੋ ਆਇਆ, 10ਵੇਂ ਦੁਆਰ ਪ੍ਰਗਟ ਹੋਏ ਆਇਆ। 10ਵਾਂ ਦੁਆਰ ਸਾਡੇ ਤਾਲੂਏ ਥੱਲੇ ਆ, ਔਰ ਉਸ ਤਾਲੂਏ ਦੇ ਵਿੱਚੋਂ ਕਹਿੰਦੇ ਉਹ ਬੂੰਦ ਪੈਦਾ ਹੁੰਦੀ ਆ।
ਜਿਹੜੀ ਸਾਡੇ ਕਾਂ ਰਾਹੀਂ ਜਿਹੜਾ ਸੰਘ ਦੇ ਵਿੱਚ ਛੇਕ ਹੈ ਬਰੀਕ, ਉੱਥੋਂ ਦੀ ਡਿੱਗਦੀ ਆ। ਇੱਕ ਪਾਣੀ ਮਣਾ ਮੂੰਹੀ ਆਪਾਂ ਮੂੰਹ ਰਾਹੀਂ ਪੀ ਲਿਆ ਪਰ ਪਿਆਸ ਨਹੀਂ ਮੁੱਕੀ। ਇੱਕ ਕਣੀ, ਇੱਕ ਬੂੰਦ ਜਿਸ ਦੀ ਗੱਲ ਬਾਣੀ 'ਚ ਕੀਤੀ ਗਈ ਹੈ, ਉਹ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਉਹਨਾਂ ਦੀ ਗੱਲ ਹੈ। ਉਹ ਸਵੰਤੀ ਬੂੰਦ ਦੀ ਕਿੰਨੀ ਪਾਵਰ ਹੈ, ਜੇ ਕਿਤੇ ਉਹ ਮਿਲ ਗਈ ਸਾਰੀਆਂ ਭੁੱਖਾਂ ਪਿਆਸਾਂ ਖਤਮ ਹੋ ਜਾਣੀਆਂ। ਬਸ ਉਹਦੇ ਨਾ ਮਿਲਣ ਕਰਕੇ ਹੀ ਆ ਬੰਦਾ ਬਹੁਤ ਕੁਝ ਜੋੜਦਾ ਫਿਰ ਵੀ ਭੁੱਖਾ ਰਹਿੰਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਤੇ ਜਵਾਬ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਸਵੰਤੀ ਬੂੰਦ ਜਦੋਂ ਵਰਦੇ ਹੋਏ ਮੀਂਹ 'ਚੋਂ ਡਿੱਗਦੀ ਹੈ, ਤੇ ਜੇ ਉਹ ਬੂੰਦ ਪਪੀਹੇ ਦੇ ਸਿਰ ਵਿੱਚ ਆ ਕੇ ਉਸ ਦੀ ਜੋ ਛੇਕ ਹੈ ਉੱਤੇ ਬਣਿਆ ਹੋਇਆ ਸਿਰ ਵਿੱਚ ਉਹ 'ਚ ਪੈ ਜਾਵੇ, ਤੇ ਪਪੀਹੇ ਨੂੰ ਕਈ ਮਹੀਨੇ ਮੁੜ ਕੇ ਪਿਆਸ ਹੀ ਨਹੀਂ ਲੱਗਦੀ। ਉਹ ਸਵੰਤੀ ਬੂੰਦ ਜੇ ਸਮੁੰਦਰ ਵਿੱਚ ਕਣੀਆਂ ਡਿੱਗ ਰਹੀਆਂ, ਕਿਤੇ ਉਹ ਸਵੰਤੀ ਬੂੰਦ ਡਿੱਗੀ ਜਦੋਂ, ਤੇ ਕਿਤੇ ਸਿੱਪੀ ਦਾ ਮੂੰਹ ਐਡਾ ਖੁੱਲ੍ਹਾ ਹੋਵੇ। ਸਿੱਪ ਇੱਕ ਜਾਨਵਰ ਹੈ ਜਿਸ ਦੇ 2 ਖੋਪੜ ਹੁੰਦੇ ਆ, ਵਿੱਚ ਉਹਦੇ ਜੀਭ ਹੁੰਦਾ। ਉਹ ਸਿੱਪ ਵੀ ਸਮੁੰਦਰ ਦਾ ਪਾਣੀ ਨਹੀਂ ਪੀਂਦਾ, ਉਹ ਵੀ ਸਵੰਤੀ ਬੂੰਦ ਮੰਗਦਾ। ਐਦਾਂ ਚੱਲਦਾ ਰਹਿੰਦਾ ਉਹ ਪਾਣੀ ਦੇ ਵਿੱਚ। ਜਦੋਂ ਮੀਂਹ ਪੈਂਦੇ ਵਿੱਚੋਂ ਕਿਤੇ ਬੂੰਦ ਡਿੱਗ ਪਵੇ ਤੇ ਸਿੱਪ ਦੇ ਵਿੱਚ ਡਿੱਗ ਪਵੇ, ਤੇ ਸਿੱਪ ਤੁਰੰਤ ਹੀ ਬੰਦ ਹੋ ਜਾਂਦਾ ਹੈ। ਬੰਦ ਹੋ ਕੇ ਉਸ ਕਣੀ ਨੂੰ ਲੈ ਕੇ ਸਮੁੰਦਰ ਦੇ ਥੱਲੇ ਚਲਿਆ ਜਾਂਦਾ ਤਲ 'ਚ। ਬਸ ਉੱਥੇ ਪੈ ਜਾਂਦਾ, ਜਾ ਕੇ ਉੱਥੇ ਟਿਕ ਜਾਂਦਾ ਹੈ। ਕਿ ਉਹ ਜਿਹੜੀ ਕਣੀ ਹੈ ਨਾ, ਉਹ ਸਿੱਪ ਦੇ ਵਿੱਚ ਮੋਤੀ ਬਣ ਜਾਂਦੀ ਹੈ ਅੱਗੇ ਜਾ ਕੇ। ਕੋ ਸਤਨਾਮ ਸ੍ਰੀ, ਜਿਹਨੂੰ ਸੁੱਚਾ ਮੋਤੀ ਤੁਸੀਂ ਕਹਿੰਦੇ ਹੋ, ਉਹ ਵੀ ਸਵੰਤੀ ਬੂੰਦ ਤੋਂ ਬਣਦਾ। ਇਸੇ ਤਰ੍ਹਾਂ ਹੀ ਹੁਣ ਉਹੀ ਸਵੰਤੀ ਬੂੰਦ ਜੇ ਕਿਸੇ ਗਿੱਦੜ ਦੇ ਵਿੱਚ ਪੈ ਜਾਵੇ ਤੇ ਉਹਨੂੰ ਹੰਕਾਰ ਹੋ ਜਾਂਦਾ। ਜੇ ਕਿਤੇ ਉਹ ਸਵੰਤੀ ਬੂੰਦ ਸੱਪ ਦੇ ਮੂੰਹ 'ਚ ਡਿੱਗ ਜਾਵੇ ਤੇ ਉਹਦੇ ਵਿੱਚ ਵੀ ਜ਼ਹਿਰ ਵੱਧ ਜਾਂਦਾ, ਹੰਕਾਰ ਵੱਧ ਜਾਂਦਾ। ਤੇ ਜੇ ਕਿਤੇ ਸਿੱਖ ਦੇ ਅੰਦਰ ਉਹ ਸਵੰਤੀ ਬੂੰਦ ਆ ਜਾਵੇ ਤੇ ਉਹਦੇ ਅੰਦਰ ਗਿਆਨ ਵੱਧ ਜਾਂਦਾ, ਬ੍ਰਹਮ ਗਿਆਨ ਵੱਧ ਜਾਂਦਾ। ਪਰ ਜੇ ਗੁਰੂ ਦਾ ਸਿਰ 'ਤੇ ਹੱਥ ਹੋਵੇ ਤੇ ਉਹ ਗਾਈਡ ਕਰਦਾ, ਗੁਰੂ ਮਾਰਗਦਰਸ਼ਨ ਕਰਦਾ, ਤੇ ਉਹ ਸਿੱਖ ਜਾਬਤੇ ਵਿੱਚ ਰਹਿੰਦਾ। ਪਰ ਜੇ ਗੁਰੂ ਦਾ ਹੱਥ ਨਾ ਹੋਵੇ ਸਿਰ 'ਤੇ, ਫਿਰ ਉਹ ਵੀ ਹੰਕਾਰੀ ਹੋ ਜਾਂਦਾ। ਜਿਵੇਂ ਅਸੀਂ ਕਈ ਸਾਧਾਂ ਨੂੰ ਵੇਖਿਆ, ਮਾੜਾ ਮੋਟਾ ਉਹਨਾਂ ਨੂੰ ਬ੍ਰਹਮ ਗਿਆਨ ਹੋਇਆ, ਪਰ ਉਸ ਨੂੰ ਲੈ ਕੇ ਉਹ ਖੁਦ ਰੱਬ ਬਣ ਬੈਠੇ। ਇਹ ਗੁਰੂ ਕਿਰਪਾ ਕਰਦਾ ਹੈ। ਜਦੋਂ ਉਹ ਕਣੀ ਮਿਲ ਜਾਵੇ ਜਿਸ ਦੀ ਗੱਲ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਰਦੇ ਨੇ, ਅੰਮ੍ਰਿਤ ਬਰਸੈ ਸਹਿਜ ਸੁਭਾਏ, ਭਾਵ ਸੁਤੇ ਸਿੱਧ। ਤੁਹਾਨੂੰ ਪਤਾ ਨਹੀਂ ਲੱਗਣਾ ਜਦੋਂ ਡਿੱਗਣੀ ਹੈ, ਪਰ ਤੁਹਾਨੂੰ ਪਤਾ ਇਹ ਲੱਗੂ ਕਿ ਤੁਹਾਡੇ ਜੀਵਨ ਵਿੱਚ ਬਦਲਾਅ ਆਊ, ਕੋਈ ਨਾ ਕੋਈ ਕਨਵਰਟ ਆਊ। ਤੁਹਾਡੀ ਸੋਚ ਬਦਲੂ, ਤੁਹਾਡੀ ਸੁਰਤ ਬਦਲੂ, ਤੁਹਾਡੇ ਖਿਆਲ ਬਦਲਣਗੇ, ਤੁਹਾਡਾ ਜੀਵਨ ਬਦਲੂਗਾ। ਜਿਵੇਂ ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਿਲੇ ਤੇ ਉਹਨਾਂ 'ਤੇ ਉਹ ਬਖਸ਼ਿਸ਼ ਉਹਨਾਂ ਨੇ ਜਦੋਂ ਕੀਤੀ ਤੇ ਉਹਨਾਂ ਦਾ ਜੀਵਨ ਬਦਲ ਗਿਆ। ਚਾਹੇ ਉਹ ਸੱਜਣ ਠੱਗ ਸੀ ਜਿਹਨੇ ਬਾਬੇ ਨਾਨਕ ਦੇ ਮਿਲਣ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਦਾ ਕਤਲੇਆਮ ਕੀਤਾ, ਧਰਮਸ਼ਾਲਾ ਦਾ ਬਹਾਨਾ ਬਣਾ ਕੇ ਬਹੁਤ ਲੋਕਾਂ ਨੂੰ ਲੁੱਟਿਆ, ਯਾਤਰੀਆਂ ਨੂੰ। ਪਰ ਜਿੱਦਣ ਬਾਬੇ ਨਾਨਕ ਨੇ ਕਿਰਪਾ ਕਰਤੀ, ਉਹ ਸੱਜਣ ਠੱਗ ਨਹੀਂ ਰਿਹਾ, ਸੱਜਣ ਪ੍ਰਚਾਰਕ ਬਣ ਗਿਆ ਗੁਰੂ ਨਾਨਕ ਦਾ। ਚਾਹੇ ਉਹ ਕੌਡਾ ਰਾਖਸ਼ ਸੀ, ਚਾਹੇ ਉਹ ਭੂਮੀਆ ਚੋਰ ਸੀ ਜਿਹੜਾ ਰੋਜ਼ ਚੋਰੀਆਂ ਕਰਦਾ ਸੀ। ਧੰਨ ਗੁਰੂ ਨਾਨਕ ਦੇਵ ਜੀ ਨੇ ਐਸੀ ਕਿਰਪਾ ਕੀਤੀ, ਉਹ ਭੂਮੀਆ ਵੀ ਵਜ਼ੀਰ ਬਣ ਗਿਆ ਅੱਗੇ ਜਾ ਕੇ ਰਾਜੇ ਦਾ। ਮਤਲਬ ਉਸ ਅੰਮ੍ਰਿਤ ਦੀ ਕਣੀ ਦੇ ਵਿੱਚ ਇਹ ਪਾਵਰ ਹੈ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਸੁਤੇ ਸਿੱਧ ਕਿਸੇ ਮਨੁੱਖ ਨੂੰ ਮਿਲ ਜਾਂਦੀ ਆ ਉਹ। ਗੁਰਮੁਖ ਬਿਰਲਾ ਕੋਈ ਜਨ ਪਾਏ, ਇਸੇ ਕਰਕੇ ਕੋਟਨ ਮੈਂ ਕੋ ਕਿਹਾ, ਹੈਨ ਵਿਰਲੇ ਨਾਹੀ ਘਣੇ,
फैल फकड़ संसार, इस फैले हुए झूठे संसार विच परमेश्वर दे प्यारे भी है बिरले बिरले किते किते। ये धरती सारी जिहड़ी खड़ी है ना, सृष्टि खड़ी है, ये उन्हां दे भजन बंदगी प्रताप दा सदका ही खड़ी है। अमृत वरसै सहज सुभाए, गुरमुख बिरला कोई जन पाए, अमृत पी सदा तृपतासे। ये सतगुरां ने लोहे ते लकीर लिखे आ बचन। गुरबाणी दे बचन ते असीं शंका नहीं करनी, सत करके मनना है भी गल सही आ, बाबे ने जो कही आ। अमृत पी सदा तृप्तासे, जिन्हां ने पीता वो रज गए। उन्हां नूं जिंदगी ते मौत दे विच कोई फर्क नहीं लगता। हुण मौत भी आ जावे ते बेपरवाह बेपरवाह सदा जन हर के वो बेपरवाह हो जाते आ। जिस तरह धन गुरु गोबिंद सिंह जी के सामने चमकौर की गढ़ी विच उतर के जंग करने वाले सिंह इक्को ही इच्छा रखते हैं, गुरु की खुशी। पता है सामने मौत है, लखां की गिनती में फौज खड़ी है, पर फिर भी ऐसी तलवार चलाते हैं, दुश्मन नूं वढ़ते हैं और गुरु नूं अपने करतब दिखाते हैं तो गुरु वाह वाह करता है। बस इन्ना ही बहुत है सिख दे वास्ते, गुरु की खुशी। नानक नदरी नदर निहाल, जित जां हार ये तो गुरु के हथ विच है। पर उन्हां सिखां ने ਸਿੰਘਾਂ ने जंगां विच लड़दियां गुरु की खुशी लई है। भाई मती दास सती दास भाई दयाला जी ने नौवें पातशाह की खुशी लई है, तन नहीं मोड़िया। डेगे विच उबल गए, आरे नाल चीरे गए, रूह विच लपेट के शहीद कर दिता, पर उन्हां ने सी नहीं कीती। बस उन्हां दा इक्को मकसद सी, दुश्मन नूं कहंदे कि साडे गुरु दा साडे सामने होना चाहिए, दर्शन होण सानू, जो मर्जी कर लो। फिर भाई मनी सिंह दा बंद बंद कट्टिया जाना, भाई तारू सिंह जी की खोपड़ी ला देनी, पर उन्हां ने इक्को ही गल मुख रखी है, गुरु की खुशी। गुरमुख बिरला कोई जन पाए, अमृत पी सदा तृपतासे, कर किरपा तृष्णा बुझावनिया। उन्हां दी जिउण दी इच्छा भी खत्म हो गई। संसारी मनुख दा कहना ना मैं बहुत लंबा जीवां, पर वो कहने भावें थोड़े समय का जीवन होवे पर गुरु की खुशी लैके जाइए। छोटे साहिबजादियां दा किन्ना जीवन है, 9 ते 7 साल दियां रूहां, और वड्डे साहिबजादे भी कोई बहुती वड्डी उम्र दे नहीं, पर फिर भी वो गुरु दियां खुशियां लैंदे हुए। साहिबजादा बाबा अजीत सिंह कहना, पातशाह मेरी भी इच्छा है कि मैं जंग के मैदान में जाके दुश्मन नूं गढ़ी तो पिछे करा। ते पातशाह जी ने कहा हस के, वाह पुत्रा तू आप कहा ये बहुत वड्डी गल है, जे मैं कहंदा तां होर गल सी, पर आउण वाले समय दे विच ऐसा होवेगा। जदों भी धर्म नूं लोड़ पवेगी नौजवान आपे निकल के सामने आउणगे। कहो सतनाम सी, जदों भी धर्म नूं लोड़ पवेगी जवानी दी, उदों नौजवान आपे सामने आउणगे तेरे वांगू। तो मेरे प्रीतम जी कहंदे अमृत पी सदा तृपतासे, वो रज गए, उन्हां नूं जीवन तो भी रज आ गया। उन्हां नूं मौत का भी हुण डर नहीं, जदों मर्जी आ जावे। कर किरपा तृष्णा बुझावनिया, हो वारी जियो वारी, गुरमुख अमृत पीआवनिया। मैं बलिहारे जावां सतगुरु तो। इत्थे गुरमुख का अर्थ है सतगुरु। 5 प्यारे गुरमुख रूप वो गुरु रूप हो गए। गुरमुख शब्द 3 थावां ते वरतिया जांदा लोड़ मुताबक, क्योंकि जिस तरह दादे पोते ते पुत्र की इक्को जात गोत हुंदी है, उस तरह गुरमुख शब्द 3 वास्ते ही है। किते गुरमुख शब्द परमेश्वर वास्ते वरत्या गया, किते गुरु वास्ते ते किते सिख वास्ते, 3 वास्ते वरत्या गया। गुरमुख नादं गुरमुख वेदं गुरमुख रहा समाई। ये जिहड़ा शब्द है ये भी परमेश्वर समाया होया। ग्रंथां दे विच
ਵੀ ਉਹਦਾ ਵਾਸਾ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਉਹ ਪਰਮੇਸ਼ਰ ਸ੍ਰਿਸ਼ਟੀ ਵਿੱਚ ਵੀ ਸਮਾਇਆ ਹੋਇਆ। ਘਟ ਘਟ ਮੈਂ ਹਰਿ ਜੂ ਵਸੈ ਸੰਤਨ ਕਹਿਓ ਪੁਕਾਰ। ਕਿ ਉਹ ਪਰਮੇਸ਼ਰ ਖੁਦ ਵਿੱਚ ਵੀ ਹੈ ਅਤੇ ਉਹ ਪਰਮੇਸ਼ਰ ਗੁਰੂ ਬਣ ਕੇ ਵੀ ਆਇਆ। ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਇ। ਤਾਂ ਇੱਥੇ ਗੁਰਮੁਖ ਸ਼ਬਦ ਵਰਤਿਆ ਗਿਆ ਹੈ ਗੁਰੂ ਵਾਸਤੇ। ਹਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀਆਵਨਿਆ। ਮੈਂ ਬਲਿਹਾਰੇ ਜਾਵਾਂ ਉਹ ਸਤਿਗੁਰੂ ਤੋਂ ਜਿਸ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਪੂਰੀ। ਅੰਮ੍ਰਿਤ ਦੀ ਦਾਤ ਵੀ ਸਾਨੂੰ ਦਿੱਤੀ ਔਰ ਅੰਮ੍ਰਿਤ ਕਿਵੇਂ ਤਿਆਰ ਕੀਤਾ ਜਾਂਦਾ ਇਹ ਬਖਸ਼ਿਸ਼ ਵੀ ਸਤਿਗੁਰ ਨੇ ਕੀਤੀ ਸਾਡੇ 'ਤੇ। ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਵ ਗੁਰੂ ਨੂੰ। ਅਤੇ ਹੁਣ ਤੁਸੀਂ ਕਹੋਗੇ ਵੀ ਅੰਮ੍ਰਿਤ ਦਾ ਬਾਟਾ 10ਵੇਂ ਜਾਮੇ 'ਚ ਤਿਆਰ ਹੋਇਆ ਅਤੇ ਫਿਰ ਗੁਰੂਆਂ ਵੇਲੇ ਕਿਹੜਾ ਅੰਮ੍ਰਿਤ ਸੀਗਾ। ਇਹ ਸ਼ਬਦ ਜੋ ਜਪਦੇ ਸੀ, ਸਿਮਰਨ ਜੋ ਕਰਦੇ ਸੀ, ਉਹਨਾਂ ਦੇ ਅੰਦਰ ਹੀ ਅੰਮ੍ਰਿਤ ਪੈਦਾ ਹੁੰਦਾ ਸੀ। ਉਹਨਾਂ ਦੇ ਅੰਮ੍ਰਿਤ ਹੀ ਉਹ ਅੰਦਰ ਹੀ ਅੰਮ੍ਰਿਤ ਦੀ ਬੂੰਦ ਅੰਮ੍ਰਿਤ ਦੀ ਕਣੀ ਪੈਦਾ ਹੁੰਦੀ ਸੀ, ਜਿਸ ਨੂੰ ਪ੍ਰਾਪਤ ਕਰਕੇ ਉਹਨਾਂ ਦੇ ਅੰਦਰ ਦੇਖੋ ਕਿਤਨੀਆਂ ਪਾਵਰਾਂ ਆ ਗਈਆਂ, ਕਿਤਨੀਆਂ ਸ਼ਕਤੀਆਂ ਆ ਗਈਆਂ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ 'ਤੇ ਬੈਠ ਰਹੇ ਨੇ ਅਤੇ ਉਹਨਾਂ ਦੇ ਨਾਲ 5 ਸਿੱਖ ਗਏ ਹੈ ਔਰ ਚੰਦੂ ਜਿਹੜਾ ਹੈ ਤਸੀਹੇ ਦੇਣ ਨੂੰ ਤਿਆਰ ਹੈ, ਦੇਈ ਜਾ ਰਿਹਾ ਹੈ। ਅਤੇ ਉਹਨਾਂ ਵਿੱਚੋਂ ਇੱਕ ਸਿੱਖ ਬੇਨਤੀ ਕਰਦਾ, ਪਾਤਸ਼ਾਹ ਜੇ ਤੁਸੀਂ ਕੁਛ ਨਹੀਂ ਕਰਨਾ ਤਾਂ ਮੈਨੂੰ ਆਗਿਆ ਦਿਓ। ਇਹ ਚੰਦੂ ਕਿਹੜੇ ਬਾਗ ਦੀ ਮੂਲੀ ਹੈ, ਮੈਂ ਇਹਨੂੰ ਹੁਣੇ ਚੱਡੇ ਗਾਟੇ ਕਰ ਦੇਵਾਂ, ਮਾਰ ਦੇਵਾਂ, ਖਤਮ ਕਰ ਦੇਵਾਂ। ਮੈਂ ਤਾਂ ਲਾਹੌਰ ਅਤੇ ਦਿੱਲੀ ਦੀ ਇੱਟ ਖੜਕਾ ਦਿਆਂ। ਚੰਦੂ ਕਿੰਨੀ ਕੁ ਸ਼ਕਤੀ ਰੱਖਦਾ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਤੂੰ ਇੰਨੀ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ ਆ। ਅਤੇ ਸਿੱਖ ਕਹਿਣ ਲੱਗਿਆ ਜੀ ਤੁਹਾਡੀ ਸੇਵਾ 'ਚੋਂ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਮੇਰੇ ਕੋਲ ਕਿਹੜਾ ਮੁੱਕੀ ਆ। ਜੇ ਤੈਨੂੰ ਸੇਵਾ ਕਰਨ ਵਾਲੇ ਨੂੰ ਇੰਨੀ ਸ਼ਕਤੀ ਮਿਲ ਸਕਦੀ ਹੈ ਅਤੇ ਸ਼ਕਤੀ ਮੇਰੇ ਕੋਲ ਵੀ ਹੈਗੀ। ਸਿੱਖੋ ਤੁਸੀਂ ਚੁੱਪ ਕਰਕੇ ਬੈਠ ਜਾਓ ਅਤੇ ਵੇਖੋ ਕਰਤਾਰ ਦੇ ਰੰਗ, ਪਰਮੇਸ਼ਰ ਦੇ ਰੰਗ ਦੇਖੋ ਕੀ ਹੋ ਰਿਹਾ। ਤੁਸੀਂ ਚੁੱਪ ਕਰਕੇ ਬੈਠ ਜਾਓ, ਮੇਰੇ ਖੇਡ ਵਿੱਚ ਦਖਲ ਨਾ ਦਿਓ। ਇਹ ਮੇਰੀ ਖੇਡ ਹੈ, ਮੈਨੂੰ ਖੇਡਣ ਦਿਓ। ਤਾਂ ਉਸ ਵੇਲੇ ਫਿਰ ਗੁਰੂ ਪਿਆਰਿਓ 5 ਸਿੱਖਾਂ ਨੇ ਪਿੱਛੇ ਹਟ ਕੇ ਬੈਠਣਾ ਕੀਤਾ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ 'ਤੇ ਬੈਠ ਗਏ। ਇਸੇ ਤਰ੍ਹਾਂ ਹੀ ਇਤਿਹਾਸ ਤੁਸੀਂ ਸਭ ਜਾਣਦੇ ਹੋ, ਮੈਂ ਜ਼ਿਆਦਾ ਰਿਪੀਟ ਕੀ ਕਰਾਂ ਕਿ ਜਿਨ੍ਹਾਂ ਨੇ ਦੁੱਖਾਂ ਦੇ ਵਿੱਚ ਵੀ ਚਰਖੜੀਆਂ 'ਤੇ ਚੜ੍ਹ ਕੇ ਆਪਣੀਆਂ ਖੋਪੜੀਆਂ ਲੁਹਾ ਕੇ, ਆਪਣੇ ਬੰਦ ਕਟਵਾ ਕੇ, ਆਰੇ ਨਾਲ ਚਰਵਾ ਕੇ ਵੀ ਸੀ ਨਹੀਂ ਕੀਤੀ, ਉਹਨਾਂ ਦੇ ਅੰਦਰ ਕਿਹੜੀ ਪਾਵਰ ਸੀ ਜਿਹੜੀ ਉਹ ਉਸ ਨੂੰ ਝੱਲ ਗਏ ਦੁੱਖ ਨੂੰ। ਉਹ ਉਹੀ ਕਣੀ ਸੀ, ਨਾਮ ਦੀ ਕਣੀ ਸੀ, ਬੂੰਦ ਸੀ ਉਹ ਜਿਹੜੀ ਗੁਪਤ ਸਾਡੇ ਅੰਦਰ ਪ੍ਰਗਟ ਹੁੰਦੀ ਹੈ। 10ਵੇਂ ਪਾਤਸ਼ਾਹ ਜੀ ਨੇ ਇੱਕ ਰਸਤਾ ਬਣਾ ਦਿੱਤਾ ਬਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ। 5 ਬਾਣੀਆਂ ਨੂੰ ਉਹਦੇ ਉੱਪਰ ਉਚਾਰਨ ਕਰਕੇ, ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਇੱਕ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਾਨੂੰ ਇੱਕ ਰਸਤਾ ਦੇ ਦਿੱਤਾ ਵੀ ਇਸ ਤਰ੍ਹਾਂ ਅੰਮ੍ਰਿਤ ਤਿਆਰ ਹੁੰਦਾ ਹੈ। ਹੁਣ ਤੁਸੀਂ ਕਹੋਗੇ ਕੇਵਲ ਬਾਟੇ ਵਿੱਚ ਤਿਆਰ ਹੁੰਦਾ, ਨਹੀਂ। ਬਾਟੇ ਤੋਂ ਬਾਅਦ ਜੇ ਤੁਸੀਂ ਆਪਦੇ ਘਰੇ ਬੈਠ ਕੇ 5 ਬਾਣੀਆਂ ਰੋਜ਼ ਪੜ੍ਹੋਗੇ ਤੁਹਾਡੇ ਖੋਪੜੀ ਦੇ ਬਾਟੇ ਵਿੱਚ ਵੀ ਤਿਆਰ ਹੋਵੇਗਾ। ਕਹੋ ਸਤਿਨਾਮ ਸ੍ਰੀ। ਉੱਪਰ ਬੂੰਦ ਦੀ ਕਣੀ ਬਣਦੀ ਆ, ਸਵੰਤੀ ਬੂੰਦ ਜਿਹਨੂੰ ਕਹੀ ਆ, ਮੈਂ ਪਹਿਲਾਂ ਗੱਲ ਕੀਤੀ ਆ। ਜਿਹੜੀ ਸਵੰਤੀ ਬੂੰਦ ਗੁਰੂ ਪਿਆਰਿਓ ਪਪੀਹੇ ਦੇ ਮੁੱਖ ਵਿੱਚ ਪੈ ਜਾਵੇ, ਮੁੱਖ ਤਾਂ ਮੂੰਹ ਦਾ ਥੱਲੇ ਆ, ਚੁੰਝ ਉਸਦਾ, ਚੁੰਝ ਰਾਹੀਂ ਤਾਂ ਨਹੀਂ ਜਾਂਦੀ ਸਵੰਤੀ ਬੂੰਦ। ਉਹ ਸਵੰਤੀ ਬੂੰਦ ਉੱਪਰੋਂ ਹੀ ਜਾਣੀ ਆ ਅਤੇ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵੀ ਜਾਣੀ ਆ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਬਚਨਾਂ ਵਿੱਚ ਕਹਿ ਰਹੇ ਹਨ, ਮੈਂ ਬਲਿਹਾਰੇ ਜਾਵਾਂ ਸਤਿਗੁਰ ਤੋਂ ਜਿਹਨੇ ਸਾਨੂੰ ਉਹ ਅੰਮ੍ਰਿਤ ਦੀ ਬੂੰਦ ਦਿੱਤੀ ਆ। ਹਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀਆਵਣਿਆ। ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ। ਅਤੇ ਜਿਹੜੀ ਰਸਨਾ ਨੂੰ ਉਹ ਅੰਮ੍ਰਿਤ ਦੀ ਬੂੰਦ ਮਿਲ ਗਈ ਉਹ ਫਿਰ ਹਮੇਸ਼ਾ ਜਪਦੀ ਆ, ਵਾਹ ਗੁਰੂ
ਵਾਹਿਗੁਰੂ 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 ਜਪਦੀ ਆ ਉਹ ਹਮੇਸ਼ਾ ਉਹ ਰਸਨਾ, ਕਿਉਂਕਿ ਉਹਨੂੰ ਸਵਾਦ ਆਉਣ ਲੱਗ ਪਿਆ। ਜਿਵੇਂ ਕਿਸੇ ਨੂੰ ਕੋਈ ਵਸਤੂ ਮਿੱਠੀ ਖਾ ਕੇ ਰਸ ਆਇਆ ਕਿ ਉਹ ਵਾਰ-ਵਾਰ ਉਸ ਵਸਤੂ ਨੂੰ ਖਾਣ ਦੀ ਇੱਛਾ ਰੱਖਦਾ। ਇਸੇ ਤਰ੍ਹਾਂ ਨਾਮ ਜਪਣ ਵਾਲਿਆਂ ਨੂੰ ਨਾਮ 'ਚੋਂ ਰਸ ਆਇਆ ਅਤੇ ਉਹਨਾਂ ਨੇ ਫਿਰ ਨਾਮ ਜਪਣਾ ਸ਼ੁਰੂ ਕਰ ਦਿੱਤਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਅੱਧੀ ਰਾਤ ਦਾ ਸਮਾਂ ਅਤੇ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਕਿ ਮੇਰਾ ਪੁੱਤਰ ਨਾਨਕ ਹਜੇ ਮੰਜੇ 'ਤੇ ਚੌਂਕੜੀ ਮਾਰ ਕੇ ਬੈਠਾ, ਪਿਆ ਹੀ ਨਹੀਂ ਗਾ। ਅੱਧੀ ਰਾਤੋਂ ਸਮਾਂ ਲੰਘ ਗਿਆ। ਮਾਤਾ ਤ੍ਰਿਪਤਾ ਜੀ ਆਏ, ਪੁੱਤਰ ਸੌਂ ਜਾ ਹੁਣ, ਸਾਰੀ ਦੁਨੀਆ ਸੌਂ ਗਈ ਹੈ, ਟਾਈਮ ਵੀ 12 ਤੋਂ ਉੱਤੇ ਟੱਪ ਗਏ, ਅੱਧੀ ਰਾਤ ਤੋਂ ਉੱਤੇ ਟੱਪ ਗਏ ਹੈ। ਉਦੋਂ ਖਿੱਤੀਆਂ ਵੇਖ ਕੇ ਟਾਈਮ ਦਾ ਪਤਾ ਲੱਗਦਾ ਸੀਗਾ ਆਕਾਸ਼ਾਂ ਤੋਂ, ਘੜੀਆਂ ਤਾਂ ਬਾਅਦ 'ਚ ਬਣੀਆਂ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਾਤਾ ਜੀ ਮੈਂ ਕਿਵੇਂ ਸੌਂ ਜਾਵਾਂ? ਕਿਉਂ? ਮੇਰੀ ਉਹ ਪਪੀਹੇ ਦੇ ਨਾਲ ਸ਼ਰਤ ਲੱਗੀ ਹੋਈ ਹੈ। ਹੋੜ ਕਹਿੰਦੇ ਆ, ਇਤਿਹਾਸ ਵਿੱਚ ਹੋੜ ਲਿਖਿਆ, ਹੋੜ ਦਾ ਮਤਲਬ ਸ਼ਰਤ, ਵੀ ਉਹ ਪਪੀਹਾ ਵੀ ਪਿਛਲੇ 6 ਮਹੀਨਿਆਂ ਤੋਂ ਪੀਓ 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 ਕਰੀ ਜਾ ਰਿਹਾ ਹੈ, ਅਤੇ ਮੈਂ ਵੀ ਉਸ ਪੀਓ ਨੂੰ ਪਾਉਣਾ ਅਤੇ ਉਹਨੇ ਵੀ ਉਸ ਪੀਓ ਨੂੰ ਪਾਉਣਾ। ਇਸ ਕਰਕੇ ਜਿੰਨਾ ਚਿਰ ਉਹਨੂੰ ਸਵਾਂਦੀ ਬੂੰਦ ਨਹੀਂ ਮਿਲਦੀ ਉਹ ਚੁੱਪ ਨਹੀਂ ਕਰਦਾ, ਜਿੰਨਾ ਚਿਰ ਮੈਨੂੰ ਨਹੀਂ ਮਿਲਦੀ ਮੈਂ ਨਹੀਂ ਚੁੱਪ ਕਰਦਾ। ਪ੍ਰੀਤਮ ਦਾ ਬਚਨ ਹੈ ਫਿਰ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਓ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਜਿਸ ਰਸਨਾ ਨੇ ਇਸ ਚੀਜ਼ ਨੂੰ ਪ੍ਰਾਪਤ ਕਰ ਲਿਆ ਉਹਦੇ ਰੰਗ ਵਿੱਚ ਰੰਗੀ ਜਾਂਦੀ ਆ। ਸਹਿਜੇ ਹਰ ਗੁਣ ਗਾਵਣਿਆ, ਫਿਰ ਉਹ ਜੀਵ ਜਿਹੜੀ ਹੈ ਸਹਿਜ ਸੁਭਾਅ ਹੀ ਵਾਹਿਗੁਰੂ ਵਾਹਿਗੁਰੂ ਜਪਦੀ ਰਹਿੰਦੀ ਆ, ਮਤਲਬ ਬਿਨਾਂ ਜਪਿਆਂ ਜਪਦੀ ਆ। ਤੁਸੀਂ ਨਹੀਂ ਜ਼ੋਰ ਲਾਓਗੇ, ਹੁਣ ਉਹ ਆਪੇ ਜਪੇਗੀ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸ਼ੁਰੂਆਤ ਸੀਗਾ ਮਾਲਾ ਦੇ ਨਾਲ, ਅਤੇ ਫਿਰ ਉਹ ਮਾਲਾ ਛੁੱਟ ਗਈ। ਕਬੀਰਾ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਸਾਰਿਆਂ ਨੂੰ ਜਿਹੜਾ ਸੁੱਖ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ, ਹੁਣ ਉਹ ਮੇਰੀ ਰਸਨਾ 'ਤੇ ਆ ਕੇ ਬੈਠ ਗਿਆ। ਹੁਣ ਮਾਲਾ ਫੇਰੂ ਨਾ ਹਰ ਭਜੂ, ਮੁਖ 'ਤੇ ਕਹੂੰ ਨਾ ਰਾਮ। ਹੁਣ ਨਾ ਮੇਰੇ ਬੁੱਲ ਹਲਦੇ ਹੈ, ਨਾ ਮੈਂ ਮਾਲਾ ਘੁਮਾਵਾਂ, ਨਾ ਮੈਂ ਆਪ ਦੇ ਜੋਰ ਨਾਲ ਹਰੀ ਹਰੀ ਰਾਮ ਰਾਮ ਕਹਾਂ। ਹੁਣ ਤਾਂ ਮੈਂ ਨਿਗਾਹ ਮਾਰਦਾ, ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਗੱਲ ਬਣ ਗਈ ਆ। ਆ ਜਿਹੜਾ ਨਾੜਾਂ ਦਾ ਹੇਠਾਂ ਉੱਤੇ ਜਾਣਾ, ਨਾੜਾਂ ਦਾ ਟਪਕਣਾ, ਇਹਦੇ ਵਿੱਚ ਵੀ ਮੈਨੂੰ ਲੱਗਦਾ ਰਾਮ ਰਾਮ ਚੱਲੀ ਜਾਂਦਾ, ਵਾਹਿਗੁਰੂ ਚੱਲੀ ਜਾਂਦਾ। ਕੋ ਸਤਨਾਮ ਗੁਰਮੁਖ ਰੋਮ ਰੋਮ ਹਰ ਧਿਆਵੇ। ਇਹ ਅਵਸਥਾ ਜਦੋਂ ਬਣ ਗਈ ਅਤੇ ਉੱਥੇ ਜਾ ਕੇ ਕਿਹਾ ਪਾਤਸ਼ਾਹ ਜੀ ਨੇ, ਸਹਿਜੇ ਹਰ ਗੁਣ ਗਾਵਣੀਆਂ, ਸੁਤੈ ਸਿੱਧ। ਤੁਸੀਂ ਸੁੱਤੇ ਪਏ ਹੋ ਸਕਦਾ ਰਾਤ ਨੂੰ ਸੁੱਤੇ ਪਿਆਂ ਦੀ ਨਾਮ ਚੱਲੀ ਜਾਵੇ, ਕੋ ਸਤਨਾਮ ਸੀ। ਇਹ ਸਾਡੇ ਫਿਰ ਖੂਨ ਵਿੱਚ ਗੱਲ ਵੜ ਗਈ। ਹੁਣ ਜਾ ਕੇ ਜਪਦਿਆਂ ਜਪਦਿਆਂ ਜਦੋਂ ਰਸਨਾ ਨੂੰ ਸਵਾਦ ਆਇਆ, ਜਦੋਂ ਅੰਮ੍ਰਿਤ ਦੀ ਬੂੰਦ ਮਿਲੀ, ਅੰਮ੍ਰਿਤ ਦੀ ਉਹ ਕਣੀ ਮਿਲੀ, ਅਤੇ ਸਾਡੇ ਖੂਨ ਦੇ ਵਿੱਚ ਇਹ ਗੱਲ ਸਮਾ ਗਈ ਆ। ਹੁਣ ਕਬੀਰ ਸਾਹਿਬ ਜੀ ਕਹਿੰਦੇ, ਹੁਣ ਮੈਂ ਨਹੀਂ ਜਪਦਾ, ਮੇਰਾ ਰਾਮ ਮੁਝ ਕੋ ਭਜੈ ਤਾਂ ਪਾਉ ਵਿਸ਼ਰਾਮ। ਜਿਹੜਾ ਮੇਰਾ ਰਾਮ ਹੈ ਅੰਦਰ, ਉਹ ਆਪੇ ਹੀ ਚੱਲੀ ਜਾਂਦਾ। ਹੁਣ ਪ੍ਰੀਤਮ ਜੀ ਕਹਿੰਦੇ, ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ। ਗੁਰੂ ਦੀ ਕਿਰਪਾ ਸਦਕਾ ਇਹ ਸਹਿਜ ਅਵਸਥਾ ਨੂੰ ਕੋ ਪਾਏ, ਕਿਸੇ ਨੂੰ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਬੱਚੇ ਤਾਂ ਸਕੂਲ ਵਿੱਚ ਬਹੁਤ ਪੜ੍ਹਦੇ ਆ,
पर उन्हां विचों कुछ पास होंदे आ, कुछ फेल भी हो जाते आ। उन्हां पास होयां चों भी अगे गुरु प्यारिओ, उन्हां पास होयां दे विचों भी अगे जाके कईयां नूं नौकरियां मिलदियां, कई फेर वेले तुरे फिरदे आ। इसे तरह ही वो परमेश्वर की कृपा है, धार्मिक स्थानां ते बहुत दुनिया जाती आ, पर जिहड़ी असली वस्तु है कोई बिरला ही लैके जाता है, बाकी सारे निंदिया चुगली भी चक्की जाते हैं, तो जां फिर संसार दीयां वस्तुआं चक्की जाते हैं। नाम की वस्तु कोई बिरला मंगदा है आके गुरु दे कोलों, ते गुरु कोलों जिहड़ा नाम मंगदा है उसनूं सतगुरु कृपा करके बख्शिश करते हैं। गुर प्रसादी सहज को पाए, ये सहज अवस्था नूं, ये सुते सिद्ध अवस्था नूं कोई बिरला प्राप्त करता है। जिस तरह गुरु प्यारिओ सतगुरु पातशाह कहते, दुविधा मारे एक स्यों लिव लाए, वो सहज अवस्था तां प्राप्त होनी है, दुविधा छड्ड के उस एक नाल जुड़े जे। जे उस एक नाल जुड़ जावे, दुविधा छड्ड के, भटकना छड्ड के नदर करे तां हर गुण गावे, ते ये भी ओदी किरपा दे नाल ही गल बनदी है। बंदा कोशिश करे, हिम्मते मरदा मद दे खुदा, जदों बंदा हिम्मत करता है तो परमेश्वर बख्शिश भी करता है। ਇਹਦਾ मतलब ये नहीं कि हाथे हाथ धर के बह जाओ भी आपे ही कृपा करूगा, ये भी गल नहीं ठीक। किरत करनी, नाम जपना, वंड छकना, ये भी तीन बचन है पातशाह जी दे। ते ये भी बचन है, उद्यम करेंदे आ जियो तो कमावंदे आ सुख पुंच। हुण आपां खेतीबाड़ी भी तो करते हैं ना, वर्कशापां दे भी काम करते हैं, दुकानदार दुकानां दे अड्डे ते जाके बहिंदे आ, मेहनत करते आ। तो जिहड़ा गुरु प्यारो ईमानदारी दे नाल कारज करदा है, परमेश्वर उहदे कारज विच फल भी पाउंदा है, सुख भी पाउंदा है, बरकत भी पाउंदा। ते सतगुरु पातशाह ने साइंटिफिक ढंग नाल सानू ज्ञान दिता है, बख्शिश करते हैं। उद्यम करेंदे आ जियो तूं, कमावंदे आ सुख पुंच। जिवें असीं माया की कमाई करन वास्ते उद्यम करते हैं, जीदियां जो ड्यूटियां तड़के उठ के तैयार हुंदा है, आपो अपनियां ड्यूटियां ते जांदा है। जिद्दां दे भी काम सानूं दिते होए आ, रंगी रंगी भांति कर कर, तरह तरह के रंग, तरह तरह की दुनिया, जिनसी माया जिन उपाई। तो असी उद्यम करते हैं काहदे वास्ते? रोजी रिजक वास्ते। ये तो काम असी करते हैं सारे। दुकानदार दुकान पर जाता है, वर्कशाप वाला वर्कशाप पर जाता है, डॉक्टर अपने हस्पताल भी जाता है, सारे उद्यम करते हैं। पर एक उद्यम कोई बिरला करता है जिसकी गल सतगुरु पातशाह कहते, उद्यम करेंदे आ जियो तूं, कमावंदे आ सुख पहुंच, ध्याए दियां तू प्रभु मिल। आप ही तो काम कर लिया करना नाल नाल, हाथ पाँव कर काम सब चीतन रंजन नाल। नामदेव जी जिथे अपना काम करते हैं, कपड़े का सियाउण का, रंगण का, कट्टन वड्ढण का दर्जी हन। ते एक दिन एक भगत लोचन जिहड़ा है वो पता करन गया भी यार नामदेव की बड़ी मशहूरी हुई है, वो किवें भगती करदा, पता करके आवां मैं भी करया करां। जिस वेले भगत लोचन गए उन्हां दे घर वाल, कहंदे सामने की देखदे आ? भगत नामदेव जी अपने काम दे विच मगन है, कपड़े रंग रहे हैं, धो रहे हैं, कट वढ़ रहे हैं, जो भी अपना काम है वो कर रहे हैं। तलोचन ने बाहर चों देखिया तो शंका जा पैदा हो गया, छड्ड यार ये तो आप डुबिया होया कामां 'च फसिया होया लगदा, कहो सतनाम श्री। ये तो आप धंधे विच फसिया होया, किहड़ा नाम जपदा होगा। तो गुरु प्यारिओ अंदरों भगत जी ने वेख लिया, जदों ये मुड़न लग्या तो आवाज़ मारी, तलोचना किवें आ जा। तलोचन चलिया गया। किवें आया? कहना यार मैं तो वेखन आया सी, कहते दुनिया कहती है नाम दे बड़ा नाम जपदा है,
ਤੇ ਮੈਨੂੰ ਤਾਂ ਤੂੰ ਵੀ ਧੰਦਿਆਂ 'ਚ ਹੀ ਫਸਿਆ ਲੱਗਦਾ। ਤੂੰ ਕਿਹੜੇ ਵੇਲੇ ਨਾਮ ਜਪਦਾ? ਜਦੋਂ ਦੇਖਦਾ ਆ ਕੰਮ 'ਚ ਹੀ ਲੱਗਿਆ ਹੁੰਦਾ। ਤਾਂ ਉਸ ਵੇਲੇ ਭਗਤ ਨਾਮਦੇਵ ਜੀ ਨੇ ਜਵਾਬ ਦਿੱਤਾ। ਤਲੋਚਨ ਕਹਿੰਦਾ, ਨਾਮਾ ਮਾਇਆ ਮੋਹਿਆ ਕਹੈ ਤਲੋਚਨ ਮੀਤ। ਨਾਮਾ ਤਾਂ ਧੰਦਿਆਂ ਵਿੱਚ ਫਸਿਆ ਹੋਇਆ ਹੈ। ਮਿੱਤਰ ਤਲੋਚਨ ਕਹਿੰਦਾ ਉਹਨਾਂ ਦਾ, ਕਾਹੇ ਛੀਪੋ ਛਾਏ ਲੈ ਨਾਮ ਰਾਮ ਨਾ ਲਾਵੋ ਚੀਤ। ਤੂੰ ਨਾਮ ਤਾਂ ਜਪਦਾ ਨਹੀਂ, ਤੇਰੀ ਛਪੜੀ ਤੇਰੀ ਝੌਂਪੜੀ ਕਿਵੇਂ ਰੱਬ ਨੇ ਬਣਾਤੀ? ਭਾਵ ਸ਼ੰਕਾ ਪੈਦਾ ਹੋ ਗਿਆ, ਇਹ ਕਿਵੇਂ ਹੋ ਸਕਦਾ? ਦੁਨੀਆ ਕਹਿੰਦੀ ਹੈ ਨਾਮਦੇਵ ਦੀ ਬਣਾਈ ਛੱਪੜੀ ਧੰਨੇ ਦੀਆਂ ਗਊਆਂ ਚਾਰੀਆਂ, ਇਹ ਕਿਵੇਂ ਹੋ ਸਕਦਾ? ਤਾਂ ਨਾਮਦੇਵ ਜੀ ਕਹਿੰਦੇ, ਭਗਤਾਂ ਆਏ ਨਹੀਂ, ਕੰਮ ਛੱਡ ਕੇ ਨਹੀਂ ਬੈਠਣਾਗਾ, ਕੰਮ ਦੇ ਵਿੱਚੇ ਹੀ ਨਾਮ ਜਪਿਆ ਜਾ ਸਕਦਾ। ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ। ਕੈਸੀ? ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਨਾਮਦੇਵ ਜੀ ਕਹਿੰਦੇ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ। ਹਾਥ ਪਾਉ ਕਰ ਕਾਮ ਸਭ ਚੀਤਨ ਰੰਜਨ ਨਾਲ। ਤੁਸੀਂ ਕੋਈ ਵੀ ਕੰਮ ਕਰ ਰਹੇ ਹੋ, ਜਿੱਥੇ ਕੇਵਲ ਕਿਰਤ ਕਰਦੇ ਹੋ ਹੱਥਾਂ ਦੇ ਨਾਲ, ਉੱਥੇ ਜੀਭ ਨਾਲ ਬੋਲਣ ਦੀ ਤਾਂ ਲੋੜ ਨਹੀਂ, ਤੇ ਫਿਰ ਜੀਭ ਦੇ ਨਾਲ ਤਾਂ ਨਾਮ ਜਪਿਆ ਜਾ ਸਕਦਾ। ਇਸ ਕਰਕੇ ਧੰਦਿਆਂ ਨੂੰ ਕੰਮਕਾਰ ਨੂੰ ਕਰਦੇ ਹੋਏ ਵੀ ਨਾਮ ਜਪਿਆ ਜਾ ਸਕਦਾ ਹੈ। ਪ੍ਰੀਤਮ ਜੀ ਕਹਿੰਦੇ, ਹਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀਆਵਣਿਆ। ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ। ਜਿਸ ਰਸਨਾ ਨੂੰ ਸਵਾਦ ਆ ਗਿਆ ਨਾਮ ਦਾ, ਉਹ ਕੰਮ ਧੰਦੇ ਕਰਦੇ ਵੀ ਨਾਮ ਦੇ ਰਸ ਵਿੱਚ ਡੁੱਬੇ ਰਹਿੰਦੇ ਨੇ। ਸਹਿਜੇ ਹਰ ਗੁਣ ਗਾਵਣਿਆ, ਸਹਿਜੇ ਸਹਿਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੰਮ ਧੰਦੇ ਕਰਦਿਆਂ ਵੀ ਜਪਿਆ ਜਾ ਸਕਦਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਉਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁੱਖ ਪਹੁੰਚ। ਧਿਆਏ ਦਿਆਂ ਤੂੰ ਪ੍ਰਭੂ ਮਿਲ। ਨਾਨਕ ਉਤਰੀ ਚਿੰਤ ਸਿਮਰਨ ਕਰਦਿਆਂ ਹੋਇਆਂ ਪਰਮੇਸ਼ਰ ਨੂੰ ਮਿਲਣਾ ਕਰੋ, ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ। ਮੇਰੇ ਪ੍ਰੀਤਮ ਜੀ ਕਹਿੰਦੇ, ਰਹਾਓ ਗੁਰ ਪ੍ਰਸਾਦੀ ਸਹਿਜ ਕੋ ਪਾਏ। ਇਹ ਸੁਤੇ ਸਿੱਧ ਅਵਸਥਾ ਨੂੰ, ਸਹਿਜ ਅਵਸਥਾ ਨੂੰ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਪ੍ਰਾਪਤ ਕਰਦਾ। ਦੁਬਦਾ ਮਾਰੇ ਏਕਸ ਸਿਉ ਲਿਵ ਲਾਏ। ਭਟਕਣਾ ਛੱਡ ਕੇ ਇੱਕ ਨਾਲ ਜੁੜ ਜਾਵੇ। ਨਦਰ ਕਰੇ ਤਾਂ ਹਰ ਗੁਣ ਗਾਵੇ। ਸਿੱਖ ਵੀ ਜੁੜੇ ਤੇ ਗੁਰੂ ਵੀ ਕਿਰਪਾ ਕਰਦਾ। ਜਦੋਂ ਸਿੱਖ ਦਾ ਇਰਾਦਾ ਬਣੇਗਾ ਤੇ ਗੁਰੂ ਵੀ ਕਿਰਪਾ ਕਰਦਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਨ, ਚਰਨ ਸ਼ਰਨ ਗੁਰੂ ਏਕ ਪੈਂਡਾ। ਜਾਏ ਚੱਲ ਸਤਿਗੁਰ ਕੋਟ ਪੈਂਡਾ। ਆਗੇ ਹੋਏ ਲੇਤ ਹੈ। ਜਦੋਂ ਕੋਈ ਗੁਰੂ ਵੱਲ ਇੱਕ ਕਦਮ ਚੱਕਦਾ ਹੈ, ਤੇ ਉਹ ਕਦਮ ਕਿਹੜਾ? ਪੈਰਾਂ ਦਾ ਨਹੀਂ, ਉਹ ਹੈ ਤੁਹਾਡੀ ਸੋਚ ਦਾ, ਤੁਹਾਡੀ ਸੁਰਤ ਦਾ, ਤੁਹਾਡੇ ਖਿਆਲ ਦਾ ਵੀ ਯਾਰ ਆਪਾਂ ਵੀ ਗੁਰੂ ਘਰ ਚੱਲਿਆ ਕਰੀਏ। ਜੇ ਤੁਹਾਡਾ ਆਉਣ ਦਾ ਇਰਾਦਾ ਬਣ ਗਿਆ ਤੇ ਟਾਈਮ ਵੀ ਨਿਕਲ ਆਊਗਾ। ਜੇ ਤੁਹਾਡਾ ਆਉਣ ਦਾ ਇਰਾਦਾ ਨਹੀਂ ਤੇ ਟਾਈਮ ਵੀ ਨਹੀਂ ਨਿਕਲਣਾ। ਇਹ ਤੁਹਾਡੇ ਇਰਾਦੇ 'ਤੇ ਹੀ ਗੱਲ ਡਿਪੈਂਡ ਕਰਦੀ ਆ। ਜੇ ਤੁਸੀਂ ਚਾਹੋ ਗੁਰੂ ਘਰ ਆਉਣਾ, ਹੁਣ ਕਈ ਵਾਰੀ ਕਿਸੇ ਨੂੰ ਕਹੀਏ ਵੀ ਤੂੰ ਵੀ ਚੱਲਿਆ ਕਰ ਯਾਰ, ਆਪਣਾ ਗੁਰਦੁਆਰਾ ਸਾਹਿਬ ਚੱਲਿਆ ਕਰ, ਕਥਾ ਕੀਰਤਨ ਸੁਣਿਆ ਕਰ ਚੱਲ ਕੇ। ਕੀ ਕਰੀਏ ਭਰਾਵਾ, ਟਾਈਮ ਹੀ ਨਿਕਲਦਾ, ਕੰਮਕਾਰ ਹੀ ਇੰਨੇ ਆ। ਤੇ ਕੰਮ ਤਾਂ ਤੁਹਾਡੇ ਵੀ ਹੈ ਤੇ ਕੰਮ ਉਹਨਾਂ ਜਿਹੜੇ ਘਰੇ ਬੈਠੇ ਆ, ਕੋਈ ਬਰਾਬਰੀ ਹੈ ਨਾ। ਕੰਮ ਤਾਂ ਆਪਣੇ, ਟਾਈਮ ਹੀ ਨਹੀਂ ਨਿਕਲਦਾ। ਅਸਲ ਵਿੱਚ ਉਹਨਾਂ ਦਾ ਆਉਣ ਦਾ ਇਰਾਦਾ ਹੀ ਨਹੀਂ। ਜੇ ਇਰਾਦਾ ਬਣ ਗਿਆ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਬਾਂਹ ਫੜ ਕੇ ਲਿਆਊਗਾ। ਚਰਨ ਸ਼ਰਨ ਗੁਰੂ ਇੱਕ ਪੈਂਡਾ। ਜਾਏ ਚੱਲ ਸਤਿਗੁਰੂ ਕੋਟ ਪੈਂਡਾ। ਆਗੇ ਹੋਏ ਲੇਤ ਹੈ। ਜੇ ਤੂੰ ਖਿਆਲ ਬਣਾ ਲਵੇਂ ਪਹਿਲਾ ਕਦਮ ਤੂੰ ਚੱਕੇ, ਭਾਵ ਗੁਰੂ ਆਉਣ ਦੀ, ਗੁਰੂ ਕੋਲੇ ਆਉਣ ਦੀ ਸਲਾਹ ਤੂੰ ਕਰੇਗਾ ਤੇ ਗੁਰੂ ਲੈ ਆਊਗਾ। ਕੋਈ ਨਾ ਕੋਈ ਬਹਾਨਾ ਬਣ ਜਾਊਗਾ। ਜੇ ਤੇਰਾ ਇਰਾਦਾ ਹੀ ਨਹੀਂ ਤੇ ਫਿਰ ਕਹਿਣਾ ਕਿ ਆ ਕੋਈ ਸਤਨਾਮ ਸੀ, ਫਿਰ ਤਾਂ ਤੂੰ ਆ ਕੇ ਵੀ ਨਾ ਆਇਆ ਵਰਗਾ। ਇਰਾਦਾ ਬਣਨਾ ਚਾਹੀਦਾ। ਭਾਵਨੀ ਭਗਤ ਹੋਏ ਕੌਡੀ ਅਗਰ ਭਾਗ ਰੱਖੇ। ਜੇ ਤੂੰ ਭਾਵਨਾ ਦੇ ਨਾਲ ਇੱਕ ਕੌਡੀ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦੇਵੇਂ ਤੇ ਸਤਿਗੁਰੂ ਤਾਹੇ ਸਰਬ ਨਿਧਾਨ ਦਾਨ ਦੇਤਾ ਤੇ ਗੁਰੂ ਉਹਨੂੰ ਸਾਰੇ ਖਜ਼ਾਨੇ ਦੇ ਦਿੰਦਾ। ਇੱਥੇ ਕੌਡੀ ਦੇ ਦੋ ਅਰਥ ਹੈ। ਪੁਰਾਣੇ ਸਮਿਆਂ ਦੇ ਵਿੱਚ ਕੌਡੀ ਵੀ ਇੱਕ ਗੁਰੂ ਪਿਆਰਿਓ ਰਾਸ਼ੀ ਹੁੰਦੀ ਸੀ, ਪੂੰਜੀ ਹੁੰਦੀ ਸੀ।
लोग कौडियाँ बदले ही सौदे कर लैंदे सी चीज़ां दे। हौली हौली तांबा आ गया, तांबे दे पैसे, फिर चांदी दे रुपये, फिर सोने दीयां मोहरां। अजकल नोट चलते आ, डॉलर चलते आ, इन्हां दी नाल लैन देन हुंदा। तो कौडी का दूसरा अर्थ है तुहाडे नेत्र जिहड़े आ, तुहाडीआं अखां जिहड़ियां कौडी वर्गियां। अगर इन्हां कौडियां नूं गुरु दे चरनां नाल जोड़ लो, भाव सिमन तो, जे अपने नेत्रां नूं नीवें करके गुरु नाल जोड़ लो, नाम जपना शुरू करो, तो सतगुरु सारे खजाने दे सकदा है। इस करके दुबदा मारे एक स्यों लिव लाए, नदर करे तां हर गुण गावे, नदरी सच समावने आ। यह है कौडी, आ नदर, नज़र की गल है। ये नज़र नूं नीवीं करके सवासां नाल जोड़ करके वाहिगुरू मंत्र का जाप करना। जिहड़ी कौडी की गल कीती है ना, तुहाडे नेत्र है, कहो सतनाम श्री। तो कौडी का दूसरा अर्थ है कि गुरु कोई हिसाब किताब नहीं लाउंदा भी इन्हें किन्ने पैसे दिते आ। इत्थे कोई हिसाब किताब नहीं हुंदागा, इत्थे तां भावना वेखी जाती है, प्रेम देखिया जाता है कि सिख की भावना की है। क्योंकि सृष्टि का मालक तो वह आप है, माया तो सारी उसदी आ। माया की लोड़ नहीं है गुरु दे कोल, भावना की लोड़ है। भावनी भगत होए कौडी अगर भाग रखै, सतगुरु ताहे सर्ब निधान दान देत है। प्रीतम जी अगे बख्शिश करते हैं, नदर करे तां हर गुण गावे। पहली नदर ओदी किरपा, गुरु किरपा करदा, फिर आपां संगत विच आके बहिंदे हाँ, ओदे गुण गाउंदे हाँ जां सुणदे हाँ। नदर करे तां हर गुण गावे, नदरी सच समावने आ। ते दूजी नदर का मतलब है अपने ध्यान नूं सुरत नूं इकट्ठी करना, वो सच दे विच समाउणा। सबना उपर नदर प्रभ तेरी। हुण अगे गल आ गई भी की वो किसे किसे ते नदर करदा है। गुरु पातशाह कहते नहीं, नदर तो वह सारियां ते करदा है। कहो सतनाम। जिवें सूरज, सूरज की धुप हर थां ते है, सूरज की रोशनी हर थां ते है। पातशाह ने इत्थे लिखिया बचन अगला, सबना उपर नदर प्रभ तेरी, किसे थोड़ी किसे है कनेरी। किसे ते बाली आ, किसे ते थोड़ी आ। हुण जिहड़ी आ धुप आ, ये सूरज दी आ, ये सारियां ते पै रही आ, इह च कोई शक नहीं। ते दूसरा थोड़ी इस तो ज़्यादा, इस तो ज़्यादा की है, सूरज का जिहड़ा अकस है वो पानी विचों दिखाई दे रहा है, ते पानी सूरज धुप नाल गर्म भी हो रहा है। कोई सतनाम श्री। और तीसरा, जे कोई शीशा लैके वो शीशे दे नाल सूरज नूं देखे, तो जिन्नी गर्मी सूरज की पानी विच आ रही है, उदों 100 गुणा वध गर्मी तुहानूं शीशे विचों सूरज की मिल सकती है। कोई सतनाम श्री। भाव शीशा सूरज की गरमैश नूं बहुत ज़्यादा ग्रहण करदा। एक उदाहरण आ, हुण समझो अगली गल उहदी किरपा दी। इस तरह एक तो किरपा है कि घट घट मैं हर जू वसे, सब दे विचों हैगा पर दिसदा नहीं। ते दूसरा, जिन्हां ने गुरु प्यारिओ गुरु दे किरपा राही उसकी जानकारी लै ली, उहनूं जपना शुरू किया, उन्हां नूं अपने हिरदे दे विचों ये फील होण लग्गिआ जिवें पानी विचों सूरज दिखाई दिंदा भी हाँ भी हैगा, सब दे विच है। उन्हां दे अंदर दया पैदा हो गई, वो सब दे नाल प्यार करन लगे। ते तीसरा इस तो भी अगे है ब्रह्म ज्ञानी, जिसने अपने मन रूपी शीशे नूं साफ कर लिया। जिन्हें अपने मन रूपी शीशे नूं साफ कर लिया, फिर हिरदे रूपी शीशे दे विच परमेश्वर का नाम रूपी ज्ञान बहुत ज़्यादा चमक मारदा है। ब्रह्म ज्ञान प्रगट हो जाता है, ब्रह्म ज्ञान की अग्नि तेज हो जाती है, जिमें सूरज की धुप वैसे तो हर थां ते ही है, पर शीशे विचों इदों भी तेज हो सकती है। कहो सतनाम श्री। तो इस तरह ही गुरु की किरपा जिहड़ी है तो सारियां ते, किसे थोड़ी किसे है कनेरी। जिहो जिहा किसे कोले साधन है उहे जा।
जिमें हुण गुरु प्यारिओ कोई वस्तु मिलती है, जिन्ना कि तुहाडा भांडा है तुहानू उन्नी क वस्तु पा के दे दित्ती जाती है। जिन्ना किसी का हिरदा उस परमेश्वर वास्ते खुला है, उन्ना ही परमेश्वर उस पर कृपा करदा। धन धन श्री गुरु अमरदास महाराज जी कहते, सबना उपर नदर प्रभ तेरी, किसै थोड़ी किसे है कनेरी, तुझ ते बाहर किशु ना होवे। भावें सानू बहुते कहते रब किहड़ा किसी ने देखिया, बहुते इदां भी कहते हैं, तो बहुते कहते नहीं भाई सारियां विच ओहदा वासा है। तो ब्रह्म ज्ञानी उहदे नाल एकमिक हो गए। हुण तिन्नां च है तां तिन्ने बंदे ही ना, पर सतगुरु अमरदास महाराज जी कहते असल दे विच ओहदी निगाह तो कोई बार नहीं, दुनिया उहनूं मन्ने जां ना मन्ने, पर ओहदी निगाह सब ते है। कोई सतनाम सब नूं देख रहा है। किसै थोड़ी किसे है कनेरी, तुझ ते बाहर किशू ना होवे। गुरमुख सोझी पावणिया, तेथों बगैर कुछ नहीं हो रहा। गुरमुखां नूं समझ आ गई। मनमुख कहते यार रब किने देखिया, ये जग मिठा अगला किने डिठा। कोई सतनाम गुरमुखां नूं समझ आ गई, ਉਹਦੇ मुताबक चल पे। तो मनमुख जिहड़ा आपदियां मनमर्जियां करदा है, तो जिहड़ा फिर आपदी मनमत करदा है, मनमर्जी करदा है, फिर उसनूं उस हिसाब नाल फल भी मिल जाता। कोई सतनाम श्री। इस करके जिमें अनेकां ही मनमुख गलतियां करन करके जेलां दे विच पए आ, जां होर तरह के दुख भोगदे आ। जिहड़े कहंदे कि रब है ही नहीं, उन्हां नूं रब फिर तजर्बा दिखा भी दिंदा। प्रीतम जी कहंदे सबना उपर नदर प्रभ तेरी, किसै थोड़ी किसे है कनेरी, तुझ ते बाहर किशु ना होवे। गुरमुख सोझी पावणिया, गुरमुख तत् है विचारा। जिथे कनेरी है उथे की है, उथे गुरमुखां ने आत्मक तत्त की खोज की। बई इनू शरीर नूं चलाउण वाला कौन है, जिहड़ा सृष्टि नूं चलाउण वाला है, कोई तो है इहदे पिछे, आपे तो नहीं चल रही। इस करके गुरमुखां ने, रब दे प्यारियां ने, ब्रह्म ज्ञानियां ने उस तत्त की खोज की। गुरमुख तत्त है विचारा, अमृत भरे तेरे भंडारा। जदों आत्मक तत्त की खोज की, अपने आपे की खोज की, बंदे खोज दिल हर रोज ना फिर परेशानी माहे। ये जो दुनिया सेहर मेला दस्तगीरी नाहे, तो आपदी खोज कर। ते रब दे प्यारियां ने खोज की। दो जने खोज करते आ, एक साइंसदान खोज करते आ, एक ब्रह्म ज्ञानी खोज करते आ। साइंसदान जिहड़े हन वो बाहरों खोज करते हैं PhDयां करके, तो ब्रह्म ज्ञानी जिहड़ा कोई बाहरी PhD नहीं करता, वो अपने परसनल अपने आप की खोज करता है। कोई सतनाम सी। भगत पीपा एक राजा भी होया, पर जिद्दे चेटक लग गई खोज करनी, उदे वो भगत भी बन गया। तो जब भगत बन के अपने अंदर गया, गुरमंत्र लैके गुरु दे कोलों गुरु वाला बन के अंदरों खोज करनी शुरू की, तो उन्होंने की जानिया, वो फिर कह उठे जो उन्होंने जानिया, कायो देवा कायो देवल कायो जंगम जाति। केवल इट्टां दियां कंधां नाल बनाया होया कोई धार्मिक स्थान नहीं है, ये तुहाडा शरीर ही एक मंदिर है। कोई सतनाम श्री। असल विच हरिमंदर ये शरीर है, हर वसा इस माहे, ये बचन बाणी विच भी लिखिया। हरि दा असली घर तुहाडा शरीर है। असल विच भगत पीपा जी कहते कायो देवा कायो देवल कायो जंगम जाति। ये काया ही मंदिर है, काया दे विच ही देवता जी नूं पूजन है। काया जंगम जाति, काया दे विच ही यात्रा करनी है, पैर दे गूठे तो लैके सिर दे जूड़े तक, बस इस दी खोज कर लो, सारी दुनिया की जानकारी हो जाऊगी। कहो सतनाम श्री। कायो देवा कायो देवल कायो जंगम जाति। काया धूप दीप नहीं बेदा, काया पूजो पाती। ये ही धूप भी हो रही है, ये ही बेदी भी है, ये ही किश्ती भी है, पार होने वास्ते परमेश्वर का नाम लईया। काया पूजो पाती, काया बहु खंड खोजते। साइंसदाना ने सृष्टि खोजी, ब्रह्म ज्ञानिया ने काया खोजी।
ਬ੍ਰਹਮ ਗਿਆਨੀ ਗਾਂਹ ਟੱਪ ਗਏ ਸਾਇੰਸਦਾਨਾਂ ਤੋਂ। ਸਾਇੰਸਦਾਨ ਅੱਜ ਧਾਰਮਿਕ ਗ੍ਰੰਥਾਂ ਨੂੰ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਵਿਚਾਰ ਕੇ ਕਹਿੰਦੇ ਆ, ਯਾਰ ਆਹ ਗੱਲ ਤਾਂ ਪਹਿਲੇ ਲਿਖੀ ਪਈ ਆ, ਸਾਨੂੰ ਹੁਣ ਸਮਝ ਆਈ ਆ। ਕਹੋ ਸਤਨਾਮ ਸ੍ਰੀ। ਸਾਇੰਸਦਾਨਾਂ ਨੇ ਵੀ ਧਾਰਮਿਕ ਗ੍ਰੰਥਾਂ ਦਾ ਆਸਰਾ ਲਿਆ ਹੋਇਆ, ਕਿਉਂਕਿ ਬ੍ਰਹਮ ਗਿਆਨੀ ਉਹਨਾਂ ਤੋਂ ਅੱਗੇ ਆ। ਕਾਇਆ ਪੂਜੋ ਪਾਤੀ ਕਾਇਆ ਬਹੁਖੰਡ ਖੋਜ ਤੇ ਨਾਮ ਨਿਧ ਪਾਈ, ਨਾ ਕਿਛ ਆਇਬੋ ਨਾ ਕਿਛ ਜਾਇਬੋ, ਕੁਝ ਵੀ ਕਿਤੋਂ ਆਉਂਦਾ ਜਾਂਦਾ ਨਹੀਂ, ਸਭ ਅੰਦਰ ਹੀ ਪ੍ਰਗਟ ਹੁੰਦਾ, ਧਰਤੀ ਦੇ ਵਿੱਚ ਹੀ ਹੈ ਸਭ ਕੁਝ। ਅਸੀਂ ਕਸੀਆ ਮਾਰਿਆ, ਧਰਤੀ ਸਾਫ਼ ਕਰਤੀ, ਘਾਹ ਫੂਸ ਪੱਟਤਾ, ਥੋੜ੍ਹੇ ਸਮੇਂ ਬਾਅਦ ਮੀਂਹ ਪਿਆ, ਥੱਲੇ ਹੋਰ ਨਿਕਲ ਆਇਆ, ਉਹ ਕਿੱਥੋਂ ਆ ਗਿਆ? ਉਹਦੇ ਵਿੱਚ ਕੋਈ ਬੀਜ ਪਏ ਸੀ ਪਹਿਲਾਂ, ਫੇਰ ਹੀ ਉਗਰੇ ਆ। ਕਹੋ ਸਤਨਾਮ। ਕਿਤੋਂ ਕੁਝ ਹੀ ਆਉਂਦਾ ਜਾਂਦਾ ਨਹੀਂ। ਭਗਤ ਜੀ ਕਹਿੰਦੇ ਕਾਇਆ ਪੂਜੋ ਪਾਤੀ ਕਾਇਆ ਬਹੁਖੰਡ ਖੋਜ ਤੇ ਨਾ ਨਵਨਿਧ ਪਾਈ, ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਇਉਂ ਗੁਰਮੁਖਾਂ ਨੇ ਤਤ ਦੀ ਖੋਜ ਕੀਤੀ। ਅੰਮ੍ਰਿਤ ਭਰੇ ਤੇਰੇ ਭੰਡਾਰਾ, ਅੰਦਰ ਹੀ ਅੰਮ੍ਰਿਤ ਵੀ ਪਿਆ। ਜਿਸ ਅੰਮ੍ਰਿਤ ਦੀ ਕਣੀ ਦੀ ਗੱਲ ਕਰ ਰਹੇ ਹਾਂ ਪਿਛਲੇ 2 ਸ਼ਬਦਾਂ ਤੋਂ, ਤਾਂ ਉਹ ਅੰਮ੍ਰਿਤ ਦਾ ਭੰਡਾਰਾ ਸਾਡੇ ਅੰਦਰ ਹੀ ਆ। ਅੰਮ੍ਰਿਤ ਨਾਮ ਸਤਿਗੁਰੂ ਚਵਾਇਆ, 10ਵੇਂ ਦੁਆਰ ਪ੍ਰਗਟ ਹੋਇਆ ਆ। ਉਹ ਅੰਮ੍ਰਿਤ ਦੀ ਕਣੀ ਜਦੋਂ ਕਿਸੇ ਦੀ ਡਿੱਗਦੀ ਆ ਨਾ ਅੰਦਰੋਂ, ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਬਿਰਲਾ ਕੋਈ ਜਨ ਪਾਏ। ਜਦ ਕਿਸੇ ਵਿਰਲੇ ਨੂੰ ਉਹ ਮਿਲਦੀ ਆ ਫਿਰ ਸਮਝ ਆਉਂਦੀ ਆ। ਪ੍ਰੀਤਮ ਜੀ ਕਹਿੰਦੇ ਗੁਰਮੁਖ ਤਤ ਹੈ ਵਿਚਾਰਿਆ, ਗੁਰਮੁਖਾਂ ਦੇ ਅੰਦਰੋਂ ਖੋਜਿਆ। ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਪਰ ਮਾਰਗ ਦਰਸ਼ਨ ਗੁਰੂ ਕਰੂਗਾ ਤਾਂ ਸਮਝ ਆਊਗੀ, ਆਪਦੀ ਮਰਜ਼ੀ ਨਾਲ ਨਹੀਂ ਲੱਭਣਾ। ਕਹੋ ਸਤਨਾਮ ਸੀ। ਗੁਰਮੁਖ ਜਿਹੜਾ ਹੈ ਉਹ ਗੁਰੂ ਮਾਰਗ ਦਰਸ਼ਨ ਕਰਦਾ। ਬਿਨ ਸਤਿਗੁਰ ਸੇਵੈ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਸੀ 4 ਪਦੇ ਜੋ ਸਰਵਣ ਕੀਤੇ। ਅੱਗੇ 5ਵਾਂ ਪਦਾ ਆਰੰਭ ਹੁੰਦਾ ਹੈ, ਸਤਿਗੁਰ ਸੇਵੈ ਸੋ ਜਨ ਸੋਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਗੁਰੂ ਦੀ ਸੇਵਾ, ਸਤਿਗੁਰ ਸੇਵੇ ਦੇ 2 ਅਰਥ ਹੈ, ਗੁਰੂ ਦੀ ਸੇਵਾ ਤੇ ਗੁਰੂ ਦੀ ਗੱਲ ਮੰਨਣੀ। ਸਿਮਰਨਾ, ਸੇਵਾ ਦਾ ਅਰਥ ਸਿਮਰਨਾ ਵੀ ਹੈ, ਸੇਵਾ ਦਾ ਅਰਥ ਸੇਵਾ ਵੀ ਹੈ, ਦੋਨੇ ਅਰਥ ਹੈ। ਜਿਹੜਾ ਸਤਿਗੁਰ ਨੂੰ ਸਿਮਰਦਾ ਹੈ, ਸੇਵਦਾ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ, ਅੰਦਰੋਂ ਹੀ ਅੰਮ੍ਰਿਤ ਮਿਲ ਜਾਣਾ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿ ਸੁਨਾਵਣਿਆ। ਜੋ ਗੁਰੂ ਅਰਜਨ ਦੇਵ, ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਾਪਤੀ ਕੀਤੀ ਹੈ ਨਾ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਪ੍ਰਾਪਤ ਕੀਤਾ ਉਹ ਗੁਰਬਾਣੀ ਵੀ ਸਾਡੇ ਵਾਸਤੇ ਲਿਖ ਦਿੱਤਾ। ਖੈਰ ਰਹਿੰਦੇ 4 ਪਦਿਆਂ ਦੇ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।